ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਪੰਜਾਬ ਜੀਕੇ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜ੍ਹਾਂਗੇ, ਜੋ ਕਿ ਸਿੱਖਾਂ ਦੇ ਦੂਸਰੇ ਗੁਰੂ ਸਾਹਿਬਾਨ ਨੇ। ਤਾਂ ਆਪਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀ ਇੱਕ ਵੀਡੀਓ ਗੁਰੂ ਪੀਰੀਅਡ ਦੇ ਵਿੱਚੋਂ ਆਲਰੇਡੀ ਅਪਲੋਡ ਹੋ ਚੁੱਕੀ ਹੈ, ਜਿਸ ਵੀਡੀਓ ਦੇ ਵਿੱਚ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਆਪਣੀਆਂ 2 ਵੀਡੀਓ ਅਪਲੋਡ ਹੁੰਦੀਆਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸੁਬਾਹ 10 ਵਜੇ ਮੀਡੀਵਲ ਹਿਸਟਰੀ ਅਤੇ ਸ਼ਾਮ ਨੂੰ 5 ਵਜੇ ਪੰਜਾਬ ਜੀਕੇ, ਜਿਹਦੇ ਵਿੱਚ ਆਪਾਂ ਗੁਰੂ ਪੀਰੀਅਡ ਨੂੰ ਕਵਰ ਕਰ ਰਹੇ ਹਾਂ। ਤਾਂ ਇਹ ਦੋਨੋਂ ਵੀਡੀਓ ਤੁਸੀਂ ਦੇਖਿਆ ਕਰੋ, ਠੀਕ ਹੈ ਜੀ। ਇਹ ਜਿਹੜੀਆਂ ਵੀਡੀਓਜ਼ ਨੇ ਇਹ ਪਟਵਾਰੀ, ਵੀਡੀਓ, ਪੰਜਾਬ ਪੁਲਿਸ, ਕਲਰਕ, ਇਹ ਸਾਰੇ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਨੇ। ਇਹਨਾਂ ਸੀਰੀਜ਼ ਦੇ ਵਿੱਚੋਂ ਤੁਹਾਨੂੰ ਡਾਇਰੈਕਟ ਜਿਹੜੇ ਕੁਐਸਚਨ ਹੈ ਉਹ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਸਾਰੀਆਂ ਵੀਡੀਓ ਆਪਣੀਆਂ ਅਟੈਂਡ ਕਰਿਓ, ਤਾਂ ਤੁਹਾਨੂੰ ਅੱਗੇ ਆਉਣ ਵਾਲੇ ਪੇਪਰਾਂ ਦੇ ਵਿੱਚ ਇਹ ਬਹੁਤ ਫਾਇਦਾ ਦੇਣਗੀਆਂ। ਤਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ, ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਤਾਂ ਪਹਿਲੀ ਸਲਾਈਡ ਦੇਖ ਕੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਕਿਉਂਕਿ ਸਲਾਈਡ ਤੋਂ ਜਿਹੜੇ ਆਪਣੇ MCQ ਹੁੰਦੇ ਨੇ ਉਹ ਸਲਾਈਡ ਤੋਂ ਬਿਲਕੁਲ ਵੱਖਰੇ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਤਾਂ ਵੀਡੀਓ ਨੂੰ ਐਂਡ ਤੱਕ ਅਟੈਂਡ ਕਰਿਆ ਕਰੋ। ਤਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਮੈਂ ਇਹਦੇ ਵਿੱਚ ਰੱਖਿਆ ਹੋਇਆ ਕਿ ਗੁਰੂ ਅੰਗਦ ਦੇਵ ਜੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਭਾਈ ਲਹਿਣਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ, ਠੀਕ ਹੈ ਜੀ। ਤਾਂ ਆਪਾਂ ਕਨਫਿਊਜ਼ ਕਿੱਥੇ ਹੁੰਦੇ ਹਾਂ? ਭਾਈ ਜੇਠਾ ਜੀ ਅਤੇ ਭਾਈ ਲਹਿਣਾ ਜੀ, ਠੀਕ ਹੈ ਜੀ। ਭਾਈ ਜੇਠਾ ਜੀ ਤਾਂ ਗੁਰੂ ਰਾਮਦਾਸ ਜੀ ਨੂੰ ਕਿਹਾ ਜਾਂਦਾ ਹੈ, ਅਤੇ ਭਾਈ ਲਹਿਣਾ ਜੀ ਕਿਹਦਾ ਨਾਮ ਹੈ? ਗੁਰੂ ਅੰਗਦ ਦੇਵ ਜੀ ਦਾ, ਠੀਕ ਹੈ ਜੀ। ਇਹ ਬਹੁਤ ਵਾਰੀ ਇਹ ਕੁਐਸਚਨ ਹੈ ਜਿਹੜਾ ਡਾਇਰੈਕਟ ਆਇਆ ਹੋਇਆ ਕਿ ਗੁਰੂ ਅੰਗਦ ਦੇਵ ਜੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਭਾਈ ਲਹਿਣਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਪੁਆਇੰਟ ਹੈ, ਇਹਨਾਂ ਦਾ ਜਨਮ ਪੁੱਛ ਲਿਆ ਜਾਂਦਾ, ਠੀਕ ਹੈ ਜੀ। ਇਹਨਾਂ ਦਾ ਜਨਮ ਹੋਇਆ ਸੀ 31 ਮਾਰਚ 1504 ਨੂੰ ਮੱਤੇ ਦੀ ਸਰਾਏ ਮੁਕਤਸਰ ਸਾਹਿਬ ਦੇ ਵਿੱਚ, ਠੀਕ ਹੈ ਜੀ। ਤਾਂ 31 ਮਾਰਚ 1504 ਮੱਤੇ ਦੀ ਸਰਾਏ ਮੁਕਤਸਰ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਇਹ ਆਪਾਂ ਪਹਿਲਾਂ ਵੀ ਜਦੋਂ ਆਪਾਂ ਜ਼ਿਲ੍ਹੇ ਵਾਈਜ਼ ਜਿਹੜੀਆਂ ਆਪਣੀਆਂ ਵੀਡੀਓਜ਼ ਨੇ ਪੰਜਾਬ ਜੀਕੇ ਦੀਆਂ, ਆਪਣੀਆਂ ਪੰਜਾਬ ਜੀਕੇ ਦੀਆਂ ਜਿਹੜੀਆਂ ਵੀਡੀਓ ਨੇ ਇਹਦੇ 3 ਸੈਸ਼ਨ ਆਪਣੇ ਅਪਲੋਡਡ ਨੇ, ਠੀਕ ਹੈ ਜੀ, ਆਲਰੇਡੀ। ਤਾਂ ਇਹ ਤੁਸੀਂ ਦੇਖ ਸਕਦੇ ਹੋ। ਇੱਕ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਆਪਣੀਆਂ ਵੀਡੀਓਜ਼ ਦੇ ਵਿੱਚੋਂ ਤੁਹਾਨੂੰ ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ, ਠੀਕ ਹੈ ਜੀ। ਤਾਂ ਸਾਰੀਆਂ ਵੀਡੀਓ ਪੰਜਾਬ ਜੀਕੇ ਦੀਆਂ ਜਿੰਨੇ ਵੀ ਸੈਸ਼ਨ ਨੇ ਸਾਰੇ ਤੁਸੀਂ ਅਟੈਂਡ ਕਰਿਓ। ਤਾਂ ਅਗਲਾ ਜਿਹੜਾ ਇਹਦੇ ਵਿੱਚ ਮੈਂ ਪੁਆਇੰਟ ਰੱਖਿਆ ਉਹ ਹੈ ਮਦਰ ਅਤੇ ਫਾਦਰ, ਮਤਲਬ ਇਹਨਾਂ ਦੇ ਮਾਤਾ ਪਿਤਾ ਬਾਰੇ ਤੁਹਾਨੂੰ ਪੁੱਛ ਲਿਆ ਜਾਂਦਾ। ਤਾਂ ਇਹਨਾਂ ਦੀ ਮਾਤਾ ਦਾ ਨਾਮ ਸੀਗਾ ਸਭਰਾਏ ਜੀ ਅਤੇ ਪਿਤਾ ਦਾ ਨਾਮ ਸੀ ਇਹਨਾਂ ਦਾ ਫੇਰੂਮਲ ਜੀ, ਠੀਕ ਹੈ ਜੀ। ਤਾਂ ਮਾਤਾ ਦਾ ਨਾਮ ਸਭਰਾਏ ਜੀ, ਪਿਤਾ ਦਾ ਨਾਮ ਫੇਰੂਮਲ ਜੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਇਹਨਾਂ ਦਾ ਪੁੱਛ ਲਿਆ ਜਾਂਦਾ ਕਿ ਇਹ ਜੋਤੀ ਜੋਤ ਕਦੋਂ ਸਮਾਏ? ਇਹ 29 ਮਾਰਚ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ, ਠੀਕ ਹੈ। ਖਡੂਰ ਸਾਹਿਬ ਇਹਨਾਂ ਦੁਆਰਾ ਫਾਊਂਡ ਕੀਤੀ ਗਈ ਸਿਟੀ ਹੈ, ਠੀਕ ਹੈ ਜੀ। ਖਡੂਰ ਸਾਹਿਬ ਕਿਹਨੇ ਫਾਊਂਡ ਕੀਤਾ ਹੈ? ਗੁਰੂ ਅੰਗਦ ਦੇਵ ਜੀ ਨੇ। ਤਾਂ 29 ਮਾਰਚ 1552 ਈਸਵੀ ਨੂੰ ਜੋਤੀ ਜੋਤ ਸਮਾਈ ਸੀ ਇਹ ਖਡੂਰ ਸਾਹਿਬ ਵਿਖੇ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਇਹਨਾਂ ਦੇ ਮਤਲਬ ਇਹਨਾਂ ਦੇ ਬੇਟੇ ਅਤੇ ਬੇਟੀਆਂ ਬਾਰੇ ਪੁੱਛ ਲਿਆ ਜਾਂਦਾ ਕਈ ਵਾਰੀ, ਠੀਕ ਹੈ। ਤਾਂ ਇਹਨਾਂ ਦੇ ਬੇਟੇ ਸੀਗੇ ਦਾਤੂ ਅਤੇ ਦਾਸੂ, ਅਤੇ ਇਹਨਾਂ ਦੀਆਂ ਬੇਟੀਆਂ ਸੀਗੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ, ਠੀਕ ਹੈ ਜੀ। ਅਮਰੋ ਅਤੇ ਅਨੋਖੀ, ਅਤੇ ਬੇਟੇ ਸੀਗੇ ਦਾਤੂ ਅਤੇ ਦਾਸੂ, ਠੀਕ ਹੈ ਜੀ। ਕਿਉਂਕਿ ਹੁਣ ਜਿਹੜਾ ਪੰਜਾਬ ਜੀਕੇ ਦੇ ਵਿੱਚੋਂ ਤੁਹਾਡੇ ਕੁਐਸਚਨ ਪੁੱਛੇ ਜਾਂਦੇ ਨੇ ਉਹ ਪੂਰੇ ਡਿਟੇਲ ਦੇ ਵਿੱਚ, ਮਤਲਬ ਪੂਰੇ ਡੀਪਲੀ ਪੁੱਛੇ ਜਾਂਦੇ ਨੇ, ਠੀਕ ਹੈ। ਤਾਂ ਹਰ ਇੱਕ ਫੈਕਟ ਤੁਹਾਨੂੰ, ਹਰ ਇੱਕ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ। ਕੁਐਸਚਨ ਤੁਹਾਨੂੰ ਕਿਤੋਂ ਵੀ ਆ ਸਕਦਾ, ਠੀਕ ਹੈ ਜੀ। ਤਾਂ ਗੁਰੂ ਪੀਰੀਅਡ ਦਾ ਤੁਹਾਨੂੰ ਪਤਾ ਹੈ ਕਿ ਸਭ ਤੋਂ ਮੋਸਟ ਇੰਪੋਰਟੈਂਟ ਪੰਜਾਬ ਜੀਕੇ ਦਾ ਜਿਹੜਾ ਪਾਰਟ ਹੈਗਾ ਗੁਰੂ ਪੀਰੀਅਡ। ਤਾਂ ਗੁਰੂ ਪੀਰੀਅਡ ਦੇ ਵਿੱਚ ਤਾਂ ਹਰ ਵਾਰ ਕੁਐਸਚਨ ਪੁੱਛੇ ਹੀ ਜਾਂਦੇ ਆ। ਤਾਂ ਇਹ ਜਿਹੜਾ ਗੁਰੂ ਪੀਰੀਅਡ ਹੈ ਇਹਨੂੰ ਤੁਸੀਂ ਪੂਰੇ ਡਿਟੇਲ ਦੇ ਵਿੱਚ ਕਰਨਾ, ਠੀਕ ਹੈ। ਹਰ ਇੱਕ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਨਾਂ ਦੇ ਜਿਹੜੇ ਸਮਕਾਲੀ ਸ਼ਾਸਕ ਸੀਗੇ ਇਹ ਬਹੁਤ ਵਾਰੀ ਪੁੱਛਿਆ ਜਾਂਦਾ, ਹੁਮਾਯੂੰ ਅਤੇ ਸ਼ੇਰਸ਼ਾਹ ਸੂਰੀ, ਠੀਕ ਹੈ ਜੀ। ਜਿਹੜੇ ਆਪਣੇ ਗੁਰੂ ਨਾਨਕ ਦੇਵ ਜੀ ਹੈ ਉਹਨਾਂ ਦਾ ਆਪਾਂ ਦੇਖ ਕੇ ਗਏ ਹਾਂ ਜਿਹੜਾ ਆਪਣਾ ਪਿਛਲਾ ਸੈਸ਼ਨ ਹੋਇਆ। ਤਾਂ ਉਹਨਾਂ ਦੇ ਜਿਹੜੇ ਸਮਕਾਲੀ ਸੀਗੇ ਉਹ ਮਤਲਬ ਲੋਧੀ ਵੰਸ਼ ਉਹਨਾਂ ਨੇ ਦੇਖਿਆ ਸੀ, ਬਾਬਰ, ਠੀਕ ਹੈ ਜੀ, ਅਤੇ ਹੁਮਾਯੂੰ ਸੀ। ਤਾਂ ਅੱਗੇ ਮਤਲਬ ਜਿਹੜਾ ਸੀ ਹੁਮਾਯੂੰ ਅਤੇ ਸ਼ੇਰਸ਼ਾਹ ਸੂਰੀ ਜਿਹੜੇ ਸਮਕਾਲੀ ਸੀ ਉਹ ਆਪਣੇ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਸਿਟੀ ਫਾਊਂਡਰ, ਠੀਕ ਹੈ ਜੀ। ਤਾਂ ਇਹ ਪੁੱਛ ਲਿਆ ਜਾਂਦਾ ਕਿ ਗੁਰੂ ਅੰਗਦ ਦੇਵ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਹੈ? ਤਾਂ ਇਹ ਖਡੂਰ ਸਾਹਿਬ ਦੀ, ਠੀਕ ਹੈ। ਤੁਸੀਂ ਯਾਦ ਰੱਖਿਓ ਖਡੂਰ ਸਾਹਿਬ ਦੀ। ਤਾਂ
ਇਹ ਬਹੁਤ ਇੰਪੋਰਟੈਂਟ ਮਤਲਬ ਮੋਸਟ ਇੰਪੋਰਟੈਂਟ ਪੁਆਇੰਟ ਹੈ ਇਹ ਤੁਹਾਡੇ ਲਈ। ਤਾਂ ਇਹ ਡਾਇਰੈਕਟ ਕਈ ਵਾਰੀ ਪੁੱਛਿਆ ਗਿਆ ਇਹ ਕੁਐਸਚਨ ਪੰਜਾਬ ਜੀਕੇ ਦੇ ਵਿੱਚ। ਤਾਂ ਖਡੂਰ ਸਾਹਿਬ ਦੀ ਇਹਨਾਂ ਨੇ ਸਥਾਪਨਾ ਕੀਤੀ ਹੈ। ਤਾਂ ਸਭ ਤੋਂ ਜਿਹੜਾ ਮੋਸਟ ਇੰਪੋਰਟੈਂਟ ਇੱਕ ਹੋਰ ਪੁਆਇੰਟ ਹੈ, ਇੰਟਰੋਡਿਊਸ ਗੁਰਮੁਖੀ ਸਕ੍ਰਿਪਟ, ਜਿਹੜੀ ਆਪਣੀ ਗੁਰਮੁਖੀ ਲਿਪੀ ਦੀ ਸਥਾਪਨਾ ਕੀਤੀ ਹੈ। ਗੁਰਮੁਖੀ ਲਿਪੀ ਆਪਣੀ ਹੋਂਦ ਦੇ ਵਿੱਚ ਆਈ ਹੈ, ਉਹ ਗੁਰੂ ਅੰਗਦ ਦੇਵ ਜੀ ਨੇ, ਮਤਲਬ ਉਹ ਗੁਰੂ ਅੰਗਦ ਦੇਵ ਜੀ ਦਾ ਦੇ ਸਿਰ ਇਹਦਾ ਸਿਹਰਾ ਜਾਂਦਾ ਹੈ ਗੁਰਮੁਖੀ ਲਿਪੀ ਦਾ। ਠੀਕ ਹੈ, ਤੁਸੀਂ ਯਾਦ ਰੱਖਣਾ। ਤਾਂ ਗੁਰਮੁਖੀ ਲਿਪੀ ਦੀ ਸ਼ੁਰੂਆਤ ਜਿਹੜੀ ਕੀਤੀ ਹੈ ਗੁਰੂ ਅੰਗਦ ਦੇਵ ਜੀ ਨੇ ਕੀਤੀ ਹੈ। ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ, ਆਲਸੋ ਇੰਟਰੋਡਿਊਸ ਮੱਲ ਅਖਾੜਾ। ਇਹਦਾ ਕੀ ਮਤਲਬ ਪਰਪਸ ਸੀਗਾ ਮੱਲ ਅਖਾੜਾ ਬਣਾਉਣ ਦਾ? ਮਤਲਬ ਜਿਹੜੇ ਗੁਰੂ ਅੰਗਦ ਦੇਵ ਜੀ ਸੀ ਆਪਣੇ, ਇਹਨਾਂ ਦਾ ਇੱਕ ਏਮ ਸੀ ਕਿ ਆਪਾਂ ਨੂੰ ਫਿਜ਼ੀਕਲ ਫਿਟਨੈਸ ਮਤਲਬ ਆਪਣੇ ਲਈ ਬਹੁਤ ਜ਼ਰੂਰੀ ਹੈ। ਠੀਕ ਹੈ, ਤਾਂ ਮੱਲ ਅਖਾੜਾ ਇਹਨਾਂ ਨੇ ਬਣਾਇਆ ਸੀ, ਜਿੱਥੇ ਮਤਲਬ ਇਹ ਜ਼ੋਰ ਅਜ਼ਮਾਇਸ਼ ਕਰਵਾਉਂਦੇ ਸੀਗੇ। ਠੀਕ ਹੈ, ਤਾਂ ਮੱਲ ਅਖਾੜਾ ਦਾ ਮਤਲਬ ਸੀ ਅਖਾੜਾ, ਜਿਹੜਾ ਮੱਲਾਂ ਦਾ ਅਖਾੜਾ ਹੁੰਦਾ, ਜਿੱਥੇ ਮੱਲ ਆ ਜਿਹੜੇ ਘੋਲ ਕਰਦੇ ਨੇ। ਠੀਕ ਹੈ, ਤਾਂ ਇਹ ਫਿਜ਼ੀਕਲ ਫਿਟਨੈਸ ਦੇ ਲਈ ਬਹੁਤ ਜ਼ਰੂਰੀ ਸੀ। ਤਾਂ ਗੁਰੂ ਅੰਗਦ ਦੇਵ ਜੀ ਸੀਗੇ ਜਿਹੜੇ ਆਪਣੇ, ਇਹਨਾਂ ਨੇ ਫਿਜ਼ੀਕਲ ਫਿਟਨੈਸ 'ਤੇ ਬਹੁਤ ਧਿਆਨ ਦਿੱਤਾ। ਠੀਕ ਹੈ, ਤੁਸੀਂ ਯਾਦ ਰੱਖਣਾ। ਤਾਂ ਮੱਲ ਅਖਾੜੇ ਦੀ ਜਿਹੜੀ ਸਥਾਪਨਾ, ਇਹ ਡਾਇਰੈਕਟ ਕੁਐਸਚਨ ਬਹੁਤ ਵਾਰੀ ਪੁੱਛਿਆ ਗਿਆ, ਇਹ ਕਿਹਨਾਂ ਨੇ ਕੀਤੀ ਹੈ? ਗੁਰੂ ਅੰਗਦ ਦੇਵ ਜੀ ਨੇ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ, ਭਾਈ ਬਾਲੇ ਵਾਲੀ ਜਨਮ ਸਾਖੀ। ਠੀਕ ਹੈ ਜੀ, ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਹੈ ਜਿਹੜੀ, ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਗਿਆ। ਠੀਕ ਹੈ, ਤਾਂ ਕਿਉਂਕਿ ਉਹਨਾਂ ਦੇ ਦੋ ਸਾਥੀ ਸੀਗੇ, ਭਾਈ ਬਾਲਾ ਅਤੇ ਭਾਈ ਮਰਦਾਨਾ ਜੀ। ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਇਹਨਾਂ ਨੇ ਕੰਪਾਈਲ ਕੀਤੀ ਹੈ ਸਾਰੀ। ਠੀਕ ਹੈ, ਤਾਂ ਜਿਹੜਾ ਇਹਨਾਂ ਨੂੰ ਜਿੱਥੋਂ ਵੀ ਇਹਨਾਂ ਨੂੰ ਡਾਟਾ ਮਤਲਬ ਮਿਲਿਆ, ਉਹ ਸਾਰਾ ਡਾਟਾ ਕਲੈਕਟ ਕਰਕੇ ਇਹਨਾਂ ਨੇ ਇੱਕ ਜਨਮ ਸਾਖੀ ਬਣਾਈ ਹੈ, ਭਾਈ ਬਾਲੇ ਵਾਲੀ ਜਨਮ ਸਾਖੀ। ਉਹਦੇ ਕੰਪਾਈਲਰ ਨੇ ਇਹ, ਪੁੱਛ ਲਿਆ ਜਾਂਦਾ। ਠੀਕ ਹੈ, ਬਹੁਤ ਮੋਸਟ ਇੰਪੋਰਟੈਂਟ ਪੁਆਇੰਟ ਮੈਂ ਤੁਹਾਡੇ ਅੱਗੇ ਇਹ ਲੈ ਕੇ ਆਇਆ। ਠੀਕ ਹੈ, ਤਾਂ ਜਿੱਥੋਂ ਤੁਹਾਨੂੰ ਕੁਐਸਚਨ ਹਰ ਵਾਰ ਬਣਦਾ ਅਤੇ ਬਣਨ ਦੀ ਪੂਰੀ ਸੰਭਾਵਨਾ। ਠੀਕ ਹੈ ਜੀ, ਉਹ ਕੁਐਸਚਨ ਆਪਾਂ ਤੁਹਾਡੇ ਨਾਲ ਡਿਸਕਸ ਕਰਨੇ ਨੇ। ਠੀਕ ਹੈ, ਉਹ ਪੁਆਇੰਟ ਆਪਾਂ ਤੁਹਾਡੇ ਅੱਗੇ ਰੱਖਣੇ ਨੇ। ਤਾਂ ਜਿਹੜੇ ਇਹ ਕੰਪਾਈਲਰ ਸੀਗੇ ਭਾਈ ਬਾਲੇ ਵਾਲੀ ਜਨਮ ਸਾਖੀ, ਇਹ ਇੱਕ ਪੁਆਇੰਟ ਤੁਹਾਡੇ ਲਈ ਮੋਸਟ ਇੰਪੋਰਟੈਂਟ ਹੈ। ਇਹਨੂੰ ਯਾਦ ਕਰ ਲਿਓ ਚੰਗੀ ਤਰ੍ਹਾਂ, ਅਤੇ ਕਾਪੀ ਪੈਨ ਨਾਲ ਰੱਖਿਆ ਕਰੋ। ਨੋਟਸ ਆਪਣੇ ਖੁਦ ਬਣਾਓ। ਠੀਕ ਹੈ ਜੀ, ਤਾਂ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ। ਠੀਕ ਹੈ, ਨੋਟਸ ਤੁਹਾਡੇ ਨਾਲ ਦੀ ਨਾਲ ਆਪਾਂ ਰੈਡੀ ਕਰ ਰਹੇ ਹਾਂ ਵੈਸੇ ਤਾਂ, ਬਟ ਮੇਰੀ ਇਹ ਰਿਕਮੈਂਡੇਸ਼ਨ ਹੀ ਹੈ ਤੁਹਾਨੂੰ। ਠੀਕ ਹੈ, ਕਿ ਤੁਸੀਂ ਨੋਟਸ ਖੁਦ ਬਣਾਇਆ ਕਰੋ। ਇਹ ਆਦਤ ਪਾਓ ਖੁਦ ਲਿਖਣ ਦੀ। ਠੀਕ ਹੈ, ਖੁਦ ਕਰਨ ਦੀ। ਠੀਕ ਹੈ, ਕਿਉਂਕਿ ਆਪਾਂ ਕੁਛ ਨਹੀਂ ਕਰਦੇ। ਠੀਕ ਹੈ, ਤਾਂ ਕਰਕੇ ਆਪਾਂ ਪੇਪਰਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਲੈਕ ਕਰ ਜਾਂਦੇ ਹਾਂ, ਆਪਣੀ ਐਕੂਰੇਸੀ ਘੱਟ ਜਾਂਦੀ ਹੈ। ਠੀਕ ਹੈ, ਤਾਂ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਫੈਕਟ ਕਰਦੀਆਂ ਨੇ ਪੇਪਰ ਦੇ ਵਿੱਚ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਜਿਹੜੇ ਆਪਣੇ ਨੋਟਸ ਹੈ ਉਹ ਖੁਦ ਤਿਆਰ ਕਰਿਆ ਕਰੋ। ਇਹਦੇ ਨਾਲ ਤੁਹਾਡੀ ਐਕੂਰੇਸੀ ਵੀ ਵੱਧਦੀ ਹੈ। ਠੀਕ ਹੈ ਜੀ, ਤਾਂ ਚੰਗੇ ਤਰੀਕੇ ਨਾਲ ਤੁਹਾਡੇ ਹਰ ਇੱਕ ਪੁਆਇੰਟ ਯਾਦ ਹੁੰਦਾ। ਠੀਕ ਹੈ, ਤਾਂ ਇਹ ਸਾਰੇ ਪੁਆਇੰਟ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੇ, ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ। ਤਾਂ ਇਸ ਤੋਂ ਬਾਅਦ ਆਪਾਂ ਕੁਐਸਚਨ ਅਟੈਂਪਟ ਕਰਦੇ ਹਾਂ। ਕੁਐਸਚਨ ਮੈਂ ਹਰ ਇੱਕ ਸੈਸ਼ਨ ਦੇ ਵਿੱਚ ਤਾਂ ਕਰਕੇ ਮਤਲਬ ਨਾਲ ਦੀ ਨਾਲ ਮੈਂ ਤਾਂ ਅਟੈਂਪਟ ਕਰਵਾਉਣਾ ਕਿ ਤੁਹਾਨੂੰ MCQ ਜਦੋਂ ਤੁਸੀਂ ਇਹਦੇ ਵਿੱਚੋਂ ਕਰਦੇ ਹੋ ਤਾਂ ਤੁਹਾਡਾ ਕੌਨਫੀਡੈਂਸ ਲੈਵਲ ਵੱਧ ਜਾਂਦਾ ਹੈ। ਠੀਕ ਹੈ ਜੀ, ਕਿਉਂਕਿ ਆਪਾਂ ਨੂੰ ਪੇਪਰ ਦੇ ਵਿੱਚ MCQ ਹੀ ਆਉਣੇ ਆ। ਠੀਕ ਹੈ, ਕਨਸੈਪਟ ਦੇ ਨਾਲ MCQ ਤੁਹਾਡੇ ਕਵਰ ਕਰਵਾਉਣੇ ਮੇਰੇ ਲਈ ਬਹੁਤ ਜ਼ਰੂਰੀ ਨੇ। ਤਾਂ ਕਰਕੇ ਮੈਂ ਤੁਹਾਨੂੰ ਸੈਸ਼ਨ ਦੇ ਮਤਲਬ ਜਿਹੜਾ ਐਂਡ 'ਤੇ ਮੈਂ MCQ ਤੁਹਾਨੂੰ ਜ਼ਰੂਰ ਕਰਵਾਉਣਾ, ਤਾਂ ਕਿ ਤੁਹਾਡੀਆਂ ਸਾਰੀਆਂ ਕਨਫਿਊਜ਼ਨ ਨੇ ਜਿਹੜੀਆਂ ਉਹ ਦੂਰ ਹੋ ਜਾਣ, ਕਿ ਤੁਸੀਂ ਕਿਵੇਂ ਅਟੈਂਪਟ ਕਰਨੇ, ਮਤਲਬ ਕਿਵੇਂ ਤੁਹਾਨੂੰ ਕੁਐਸਚਨ ਆਉਂਦੇ ਨੇ, ਕਿਵੇਂ ਉਹ ਮੋਲਡ ਕਰਕੇ ਤੁਹਾਨੂੰ ਕੁਐਸਚਨ ਪਾਉਂਦੇ ਨੇ। ਠੀਕ ਹੈ, ਕਿਵੇਂ ਤੁਹਾਨੂੰ ਕਨਫਿਊਜ਼ ਕਰਦੇ ਨੇ। ਤਾਂ ਕਰਕੇ ਮੇਰਾ ਇਹ ਮਕਸਦ ਹੁੰਦਾ ਕਿ ਤੁਹਾਡੇ ਸਾਰੇ ਫੈਕਟ ਮੈਂ ਵੀਡੀਓ ਦੇ ਵਿੱਚ ਕਲੀਅਰ ਕਰਵਾਵਾਂ ਘੱਟ ਤੋਂ ਘੱਟ ਟਾਈਮ ਦੇ ਵਿੱਚ। ਠੀਕ ਹੈ ਜੀ, ਤਾਂ ਕੁਐਸਚਨ ਇਹਦੇ ਵਿੱਚੋਂ ਜੇ ਮੈਂ ਚਾਹਾਂ ਤਾਂ ਮੈਂ ਕਿੰਨੇ ਵੀ ਕੁਐਸਚਨ ਇਹਦੇ ਵਿੱਚ ਬਣਾ ਸਕਦਾ। ਠੀਕ ਹੈ, 40 ਕੁਐਸਚਨ 50 ਕੁਐਸਚਨ ਕਿੰਨੇ ਵੀ ਬਣਾ ਸਕਦਾ, ਬਟ ਉਹ ਤੁਹਾਡਾ ਟਾਈਮ ਵੇਸਟ ਹੈ। ਠੀਕ ਹੈ, ਉਹ ਟਾਈਮ ਵੇਸਟ ਨਹੀਂ ਆਪਾਂ ਕਰਨਾ। ਆਪਾਂ ਇੰਪੋਰਟੈਂਟ ਕੁਐਸਚਨ ਕਰਨਾ ਅਤੇ ਇੰਪੋਰਟੈਂਟ ਹੀ ਫੈਕਟ ਕਰਨੇ ਨੇ। ਠੀਕ ਹੈ ਜੀ, ਤਾਂ ਪਹਿਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੂੰ ਭਾਈ ਲਹਿਣਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ? ਵਿਚ ਗੁਰੂ ਸਾਹਿਬ ਇਜ਼ ਆਲਸੋ ਨੋਨ ਐਜ਼ ਭਾਈ ਲਹਿਣਾ ਜੀ? ਤਾਂ ਇੱਥੇ ਇਹਨਾਂ ਨੇ 4 ਆਪਸ਼ਨ ਦਿੱਤੇ ਨੇ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ, ਗੁਰੂ ਰਾਮਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ। ਤਾਂ ਬੱਚੇ ਜਿਹੜੇ ਕਨਫਿਊਜ਼ ਹੁੰਦੇ ਨੇ ਉਹ ਇਹ 2 ਨਾਵਾਂ ਦੇ ਵਿੱਚ ਕਨਫਿਊਜ਼ ਹੁੰਦੇ ਨੇ। ਠੀਕ ਹੈ ਜੀ, ਤਾਂ ਗੁਰੂ ਅੰਗਦ ਦੇਵ ਅਤੇ ਗੁਰੂ ਰਾਮਦਾਸ, ਕਿਉਂਕਿ ਗੁਰੂ ਰਾਮਦਾਸ ਜੀ ਦਾ ਜਿਹੜਾ ਨਾਮ ਸੀ ਉਹ ਸੀਗਾ ਭਾਈ ਜੇਠਾ ਜੀ। ਠੀਕ ਹੈ ਜੀ, ਭਾਈ ਜੇਠਾ ਜੀ। ਅਤੇ ਜਿਹੜਾ ਆਪਣਾ ਗੁਰੂ ਅੰਗਦ ਦੇਵ ਜੀ ਦਾ ਨਾਮ ਹੈ ਉਹ ਹੈ ਭਾਈ ਲਹਿਣਾ ਜੀ। ਇਹ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਆਨਸਰ ਨੰਬਰ 2 ਆਊਗਾ। ਠੀਕ ਹੈ ਜੀ, ਭਾਈ ਲਹਿਣਾ ਜੀ ਦੇ ਨਾਮ ਨਾਲ ਕਿਹਨੂੰ ਜਾਣਿਆ ਜਾਂਦਾ? ਗੁਰੂ ਅੰਗਦ ਦੇਵ ਜੀ ਨੂੰ। ਤਾਂ ਇਹ ਤੁਸੀਂ ਯਾਦ ਰੱਖਣਾ, ਕਨਫਿਊਜ਼ ਨਹੀਂ ਹੋਣਾ। ਗੁਰੂ ਰਾਮਦਾਸ ਜੀ ਨੂੰ ਭਾਈ ਜੇਠਾ ਜੀ ਕਿਹਾ ਜਾਂਦਾ, ਗੁਰੂ ਅੰਗਦ ਦੇਵ ਜੀ ਦਾ ਨਾਮ ਹੈ ਭਾਈ ਲਹਿਣਾ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੇ ਖਡੂਰ ਸਾਹਿਬ ਦੀ ਨੀਂਹ ਰੱਖੀ? ਵਿਚ ਗੁਰੂ ਸਾਹਿਬ ਲੇਡ ਦੀ ਫਾਊਂਡੇਸ਼ਨ ਆਫ ਖਡੂਰ ਸਾਹਿਬ? ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ? ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰਾਂ ਦੇ ਵਿੱਚ ਆਉਂਦੇ ਨੇ, ਜਿਹੜੇ ਤੁਹਾਨੂੰ ਬਿਲਕੁਲ ਕਨਫਿਊਜ਼ ਕਰ ਦਿੰਦੇ ਨੇ, ਅਤੇ ਇੱਥੇ ਤੁਸੀਂ ਕੁਐਸਚਨ ਗਲਤ ਕਰਾਉਂਦੇ ਹੋ। ਠੀਕ ਹੈ ਜੀ, ਤਾਂ ਖਡੂਰ ਸਾਹਿਬ ਦੀ ਨੀਂਹ ਕਿਹੜੇ ਗੁਰੂ ਸਾਹਿਬ ਨੇ ਰੱਖੀ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਗੁਰੂ ਪੀਰੀਅਡ ਨੂੰ ਤੁਸੀਂ ਪੂਰੇ ਧਿਆਨ ਨਾਲ ਕਰਨਾ ਹੈ,
ਕਿਉਂਕਿ ਗੁਰੂ ਪੀਰੀਅਡ ਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਹਰ ਵਾਰ ਪੰਜਾਬ ਜੀਕੇ ਦੇ ਵਿੱਚ ਗੁਰੂ ਪੀਰੀਅਡ ਦੇ ਵਿੱਚੋਂ ਕੁਐਸਚਨ ਬਣਦੇ ਹੀ ਬਣਦੇ ਨੇ। ਠੀਕ ਹੈ ਜੀ, ਅਤੇ ਮੋਸਟ ਇੰਪੋਰਟੈਂਟ ਕੁਐਸਚਨ ਨੇ ਆਪਣੇ ਇਹ ਸਾਰੇ, ਅਤੇ ਇਹੀ ਕੁਐਸਚਨ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ। ਠੀਕ ਹੈ ਜੀ, ਤਾਂ ਗੁਰੂ ਪੀਰੀਅਡ ਨੂੰ ਪੂਰੇ ਧਿਆਨ ਨਾਲ ਕਰਿਓ, ਕਿਉਂਕਿ 4 ਤੋਂ 5 ਨੰਬਰ ਤੁਹਾਡੇ ਪੰਜਾਬ ਜੀਕੇ ਚੋਂ ਇਹਦੇ ਵਿੱਚੋਂ ਆਉਣੇ ਹੀ ਆਉਣੇ ਨੇ। ਠੀਕ ਹੈ ਜੀ, ਤਾਂ ਖਡੂਰ ਸਾਹਿਬ ਦੀ ਨੀਂਹ ਰੱਖੀ ਸੀ ਗੁਰੂ ਅੰਗਦ ਦੇਵ ਜੀ ਨੇ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਖਡੂਰ ਸਾਹਿਬ ਦੀ ਨੀਂਹ ਕਿਹੜੇ ਗੁਰੂ ਸਾਹਿਬ ਨੇ ਰੱਖੀ? ਗੁਰੂ ਅੰਗਦ ਦੇਵ ਜੀ ਨੇ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਪੇਸ਼ ਕੀਤੀ? ਵਿਚ ਗੁਰੂ ਸਾਹਿਬ ਇੰਟਰੋਡਿਊਸ ਦੀ ਗੁਰਮੁਖੀ ਸਕ੍ਰਿਪਟ। ਤਾਂ ਇਹ ਕੁਐਸਚਨ ਜਿਹੜਾ ਉਹ ਮਤਲਬ ਤੁਹਾਡੇ ਅੱਗੇ ਰੱਖਦੇ ਨੇ, ਉਹਦੇ 'ਚ ਸ਼ਬਦਾਂ ਦੀ ਥੋੜ੍ਹੀ ਜਿਹੀ ਹੇਰ ਫੇਰ ਕਰ ਜਾਂਦੇ ਨੇ ਉਹ। ਠੀਕ ਹੈ, ਸ਼ਬਦ ਉਹ ਇਸ ਹਿਸਾਬ ਨਾਲ ਰੱਖਦੇ ਨੇ ਕਿ ਇੱਕ ਵਾਰ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਜਾਂਦੀ ਹੈ ਕਿ ਮੈਂ ਇਹ ਕੁਐਸਚਨ ਕਿਤੇ ਗਲਤ ਤਾਂ ਨਹੀਂ ਕਰ ਰਿਹਾ। ਠੀਕ ਹੈ, ਤਾਂ ਕਿਹੜੇ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਪੇਸ਼ ਕੀਤੀ? ਠੀਕ ਹੈ, ਇਹਨਾਂ ਦੇ ਕੁਐਸਚਨ ਪੁੱਛਣ ਦਾ ਤੁਸੀਂ ਢੰਗ ਦੇਖੋ, ਉਹ ਸ਼ਬਦਾਂ ਦੀ ਖੇਡ ਹੁੰਦੀ ਹੈ ਇੱਕ। ਠੀਕ ਹੈ, ਤਾਂ ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ, ਕਨਫਿਊਜ਼ ਨਹੀਂ ਹੋਣਾ। ਠੀਕ ਹੈ, ਤੁਸੀਂ ਤਰੀਕੇ ਨਾਲ ਕੁਐਸਚਨ ਨੂੰ ਪੜ੍ਹ ਕੇ, ਠੀਕ ਹੈ, ਇੰਗਲਿਸ਼ ਦੇ ਵਿੱਚ ਵੀ ਪੜ੍ਹੋ, ਪੰਜਾਬੀ ਵਿੱਚ ਵੀ ਪੜ੍ਹੋ। ਠੀਕ ਹੈ, ਤਾਂ ਪੂਰੇ ਧਿਆਨ ਨਾਲ ਕੁਐਸਚਨ ਆਪਣਾ ਅਟੈਂਪਟ ਕਰਨਾ। ਤਾਂ ਗੁਰਮੁਖੀ ਲਿਪੀ ਮਤਲਬ ਕਿਹੜੇ ਗੁਰੂ ਸਾਹਿਬਾਨ ਨੇ ਆਪਣੇ ਅੱਗੇ ਲੈ ਕੇ ਆਂਦੀ? ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 1। ਠੀਕ ਹੈ, ਗੁਰੂ ਅੰਗਦ ਦੇਵ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਠੀਕ ਹੈ, ਬਹੁਤ ਵਾਰੀ ਪੁੱਛਿਆ ਗਿਆ ਕੁਐਸਚਨ ਹੈ, ਤਾਂ ਇਹਦਾ ਆਨਸਰ ਨੰਬਰ 1 ਆਊਗਾ ਗੁਰੂ ਅੰਗਦ ਦੇਵ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੇ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ? ਵਿਚ ਗੁਰੂ ਸਾਹਿਬ ਸਟਾਰਟ ਦੀ ਮੱਲ ਅਖਾੜਾ। ਮੱਲ ਅਖਾੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਕਿ ਫਿਜ਼ੀਕਲ ਫਿਟਨੈਸ 'ਤੇ ਇਹਨਾਂ ਨੇ ਬਹੁਤ ਜ਼ੋਰ ਦਿੱਤਾ ਸੀ ਕਿ ਆਪਣੀ ਫਿਜ਼ੀਕਲ ਫਿਟਨੈਸ ਆਪਣੇ ਲਈ ਬਹੁਤ ਜ਼ਰੂਰੀ ਹੈ। ਮੱਲ ਅਖਾੜਾ ਮਤਲਬ ਜਿੱਥੇ ਮੱਲ ਘੁਲਦੇ ਨੇ। ਠੀਕ ਹੈ, ਘੋਲ ਹੁੰਦਾ ਮੱਲਾਂ ਦਾ, ਤਾਂ ਸਰੀਰਕ ਵਰਜਿਸ਼ ਹੁੰਦੀ ਹੈ। ਠੀਕ ਹੈ, ਤਾਂ ਇਸ ਦੇ ਲਈ ਇਹਨਾਂ ਨੇ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ ਸੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਗੁਰੂ ਸਾਹਿਬਾਨ ਨੇ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 1 ਆਊਗਾ। ਠੀਕ ਹੈ ਜੀ, ਆਨਸਰ ਨੰਬਰ 1 ਗੁਰੂ ਅੰਗਦ ਦੇਵ ਜੀ। ਬਹੁਤ ਇੰਪੋਰਟੈਂਟ ਹੈ, ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸ਼ਾਸਕ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਸੀ? ਵਿਚ ਆਫ ਦੀ ਫੋਲੋਇੰਗ ਰੂਲਰ ਵਾਜ਼ ਦੀ ਕੰਟੈਂਪਰੇਰੀ ਆਫ ਗੁਰੂ ਅੰਗਦ ਦੇਵ ਜੀ? ਹੁਮਾਯੂੰ, ਸ਼ੇਰਸ਼ਾਹ ਸੂਰੀ, ਬਾਬਰ ਜਾਂ ਪਹਿਲਾ ਅਤੇ ਦੂਜਾ? ਜਦੋਂ ਤੁਹਾਨੂੰ ਇਹੋ ਜਿਹੇ ਮਤਲਬ ਆਪਸ਼ਨ ਆਉਂਦੇ ਨੇ, ਪਹਿਲਾ ਅਤੇ ਦੂਜਾ ਜਾਂ ਆਲ ਆਫ ਦੀ ਅਬਵ, ਉੱਥੇ ਆਪਾਂ ਬੇਸ਼ੱਕ ਆਪਾਂ ਨੂੰ ਕੁਐਸਚਨ ਆਉਂਦਾ ਹੀ ਹੁੰਦਾ, ਬਟ ਇੱਕ ਵਾਰੀ ਆਪਾਂ ਕਨਫਿਊਜ਼ ਹੁੰਦੇ ਹੀ ਹੁੰਦੇ ਹਾਂ ਕਿ ਬਾਏ ਚਾਂਸ ਕਿਤੇ ਇਹ ਨਾ ਆ ਜਾਏ ਕਿ ਆਲ ਆਫ ਦੀ ਅਬਵ ਵਾਲਾ ਨਾ ਆ ਜਾਏ ਜਾਂ 1 ਐਂਡ 2 ਵਾਲਾ। ਠੀਕ ਹੈ, ਤਾਂ ਇਹੋ ਜਿਹੇ ਕੁਐਸਚਨ ਪੂਰੇ ਧਿਆਨ ਨਾਲ ਕਰਨੇ ਹੁੰਦੇ ਨੇ। ਠੀਕ ਹੈ, ਤਾਂ ਕਰਕੇ ਮੇਰੇ ਕੁਐਸਚਨ ਪਾਉਣ ਦਾ ਤੁਹਾਨੂੰ ਇਹੀ ਮੇਰਾ ਮਕਸਦ ਹੁੰਦਾ ਕਿ ਤੁਹਾਡੀਆਂ ਸਾਰੀਆਂ ਕਨਫਿਊਜ਼ਨ ਦੂਰ ਹੋ ਜਾਣ। ਪੇਪਰ ਸਿਰਫ ਇਹ ਨਹੀਂ ਹੈਗਾ ਕਿ ਕਿਉਂਕਿ ਤਿਆਰੀ ਆਪਾਂ ਸਾਰੀ ਕਰਦੇ ਹਾਂ। ਠੀਕ ਹੈ, ਸਭ ਨੂੰ ਆਪਾਂ ਨੂੰ ਪਤਾ ਹੁੰਦਾ ਕਿ ਇੱਥੋਂ ਇਹ ਕੁਐਸਚਨ ਆਉਂਦਾ ਹੈ ਨਾ, ਤਾਂ ਲਗਭਗ ਮਤਲਬ ਜਿਹੜੇ ਬੱਚੇ ਪੇਪਰ ਦਿੰਦੇ ਨੇ ਸਭ ਦੀ ਤਿਆਰੀ ਵਧੀਆ ਹੁੰਦੀ ਹੈ, ਬਟ ਆਪਾਂ ਲੈਗ ਕਿੱਥੇ ਕਰ ਜਾਂਦੇ ਹਾਂ? ਠੀਕ ਹੈ, ਆਪਣਾ ਮਤਲਬ ਆਪਣੀ ਕਮੀ ਕਿੱਥੇ ਰਹਿ ਜਾਂਦੀ ਹੈ ਕਿ ਆਪਾਂ ਤੋਂ ਪੇਪਰ ਕਰੈਕ ਨਹੀਂ ਹੁੰਦਾ? ਆਪਣੀ ਇਹੀ ਕਮੀ ਰਹਿੰਦੀ ਹੈ ਕਿ ਆਪਾਂ ਕੁਐਸਚਨ ਨੂੰ ਜਿਹੜਾ, ਇੱਕ ਤਾਂ ਆਪਾਂ ਆਪਣੀ ਰਿਵੀਜ਼ਨ ਦੀ ਕਮੀ ਹੈ ਪਹਿਲੀ ਗੱਲ ਤਾਂ। ਠੀਕ ਹੈ, ਦੂਸਰਾ ਆਪਾਂ ਨੂੰ ਕੁਐਸਚਨ ਅਟੈਂਪਟ ਕਰਨਾ ਆਉਣਾ ਚਾਹੀਦਾ। ਠੀਕ ਹੈ ਜੀ, ਤਾਂ ਜੇਕਰ ਤੁਸੀਂ ਆਪਣੇ ਕਨਸੈਪਟ ਦੇ ਵਿੱਚ ਕਲੀਅਰ ਹੋ, ਤੁਸੀਂ ਵਧੀਆ ਤਰੀਕੇ ਨਾਲ ਪੜ੍ਹਿਆ ਹੋਇਆ, ਤਾਂ ਤੁਸੀਂ ਕੁਐਸਚਨ ਨੂੰ ਗਲਤ ਨਹੀਂ ਕਰ ਸਕਦੇ। ਠੀਕ ਹੈ, ਤਾਂ ਗੁਰੂ ਅੰਗਦ ਦੇਵ ਜੀ ਦਾ ਕਿਹੜਾ ਸਮਕਾਲੀ ਸੀ? ਜੇਕਰ ਤੁਸੀਂ ਪੜ੍ਹਿਆ ਹੋਊਗਾ ਤਾਂ ਤੁਸੀਂ ਕਦੇ ਵੀ ਨਹੀਂ ਗਲਤ ਕਰੋਗੇ। ਹੁਮਾਯੂੰ ਸੀ, ਸ਼ੇਰਸ਼ਾਹ ਸੂਰੀ ਸੀ। ਠੀਕ ਹੈ, ਤਾਂ ਇਹਦਾ ਆਨਸਰ ਨੰਬਰ 4 ਆਊਗਾ, ਇਹ ਆਪਾਂ ਨੂੰ ਪਤਾ। ਠੀਕ ਹੈ, ਤਾਂ ਬਾਬਰ ਕਦੋਂ ਸੀ? ਗੁਰੂ ਨਾਨਕ ਦੇਵ ਜੀ ਵੇਲੇ। ਬਾਬਰ ਨੂੰ ਕੀ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ? ਜਾਬਰ। ਜਾਬਰ ਮਤਲਬ ਜਬਰ ਜ਼ੁਲਮ ਕਰਨ ਵਾਲਾ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਤਾਂ ਬਾਬਰ ਗੁਰੂ ਨਾਨਕ ਦੇਵ ਜੀ ਵੇਲੇ ਸੀ, ਅਤੇ ਇਹ ਦੋਨੋਂ ਰਾਜੇ ਹੁਮਾਯੂੰ ਅਤੇ ਸ਼ੇਰਸ਼ਾਹ ਸੂਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸੀ। ਠੀਕ ਹੈ ਜੀ, ਤਾਂ ਜਦੋਂ ਆਪਾਂ ਇੱਥੇ ਕੁਐਸਚਨ ਅਟੈਂਪਟ ਕਰਦੇ ਹਾਂ ਕੁਐਸਚਨ ਨੂੰ ਆਪਾਂ, ਠੀਕ ਹੈ, ਤਾਂ ਉਹਦੇ ਨਾਲ ਆਪਣੀ ਕਨਫਿਊਜ਼ਨ ਦੂਰ ਹੋ ਜਾਂਦੀ ਹੈ ਅਤੇ ਤੁਹਾਡਾ ਮਤਲਬ ਜਿਹੜਾ ਕੌਨਫੀਡੈਂਸ ਲੈਵਲ ਆ ਉਹ ਵੱਧ ਜਾਂਦਾ। ਤਾਂ ਕਰਕੇ ਮੈਂ ਇਹ ਕੁਐਸਚਨ ਤੁਹਾਨੂੰ ਕਰਵਾਉਣੇ ਹੀ ਕਰਵਾਉਣੇ ਹੁੰਦੇ ਨੇ ਹਰ ਇੱਕ ਸੈਸ਼ਨ ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਏ? ਵੈਨ ਵਾਜ਼ ਗੁਰੂ ਅੰਗਦ ਦੇਵ ਜੀ ਡਾਈਡ? 1551, 1552, 1555 ਜਾਂ 1556? ਠੀਕ ਹੈ ਜੀ, ਤਾਂ ਕਈ ਵਾਰੀ ਇਹ ਆਪਸ਼ਨ ਤੁਹਾਨੂੰ ਮਤਲਬ ਸੀਰੀਜ਼ ਵਾਈਜ਼ ਵੀ ਦੇ ਦਿੰਦੇ ਨੇ, 51, 52, 53 ਜਾਂ 54, ਹੈ ਨਾ, ਤਾਂ ਉੱਥੇ ਵੀ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ ਜੇਕਰ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਦੇ ਵੀ ਕਨਫਿਊਜ਼ ਨਹੀਂ ਹੋਵੋਗੇ। ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਏ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ, 1552 ਦੇ ਵਿੱਚ। ਠੀਕ ਹੈ, ਬਟ ਤੁਹਾਨੂੰ ਐਗਜ਼ੈਕਟ ਡੇਟ ਪਤਾ ਹੋਣੀ ਚਾਹੀਦੀ ਹੈ, 29 ਮਾਰਚ 1552। ਠੀਕ ਹੈ ਜੀ, ਤਾਂ 29 ਮਾਰਚ 1552 ਇਹਦਾ ਆਨਸਰ ਆਊਗਾ ਆਨਸਰ ਨੰਬਰ 2। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਾ ਕਿੱਥੇ ਸ਼ੁਰੂ ਕੀਤਾ? ਕਈ ਵਾਰੀ ਇਹ ਕੁਐਸਚਨ ਪੁੱਛਿਆ ਜਾ ਸਕਦਾ, ਵੇਅਰ ਡਿਡ ਗੁਰੂ ਅੰਗਦ ਦੇਵ ਜੀ ਸਟਾਰਟ ਮੱਲ ਅਖਾੜਾ? ਮੱਲ ਅਖਾੜਾ ਦੀ ਸ਼ੁਰੂਆਤ ਆਪਾਂ ਨੂੰ ਪਤਾ ਕਿ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ। ਠੀਕ ਹੈ, ਆਪਣੇ ਫਿਜ਼ੀਕਲ ਫਿਟਨੈਸ ਦੇ ਲਈ,
ਬਟ ਇਹ ਕਿੱਥੇ ਕੀਤੀ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਅੰਮ੍ਰਿਤਸਰ ਜਾਂ ਕੀਰਤਪੁਰ ਸਾਹਿਬ। ਗੁਰੂ ਪੀਰੀਅਡ ਆਪਾਂ ਆਪਣੇ 10 ਗੁਰੂ ਸਾਹਿਬਾਨ ਬਾਰੇ ਪੂਰੇ ਡਿਟੇਲ ਦੇ ਵਿੱਚ ਪੜ੍ਹਨਾ। ਬਣੇ ਰਹੋ ਆਪਣੇ ਚੈਨਲ 'ਤੇ, ਠੀਕ ਹੈ ਜੀ। ਤੁਹਾਨੂੰ ਇੰਪੋਰਟੈਂਟ ਫੈਕਟ ਦੇ ਨਾਲ ਤੁਹਾਨੂੰ ਮਤਲਬ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ, ਜਿਹਦੇ ਨਾਲ ਤੁਹਾਡੀ ਮਤਲਬ ਵਧੀਆ ਤਿਆਰੀ ਹੋ ਸਕੇ, ਤੁਹਾਨੂੰ ਐਕਸਟਰਾ ਹੋਰ ਕੁਝ ਵੀ ਪੜ੍ਹਨਾ ਨਾ ਪਵੇ, ਠੀਕ ਹੈ ਜੀ। ਤਾਂ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਾ ਕਿੱਥੇ ਸ਼ੁਰੂ ਕੀਤਾ? ਤਾਂ ਇਸ ਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 2 ਆਉਣਾ, ਠੀਕ ਹੈ ਜੀ। ਆਨਸਰ ਨੰਬਰ 2 ਖਡੂਰ ਸਾਹਿਬ ਵਿਖੇ। ਖਡੂਰ ਸਾਹਿਬ ਕਿਉਂ ਆਉਣਾ? ਕਿਉਂਕਿ ਖਡੂਰ ਸਾਹਿਬ ਸਿਟੀ ਇਹਨਾਂ ਨੇ ਫਾਊਂਡ ਕੀਤੀ ਸੀ, ਠੀਕ ਹੈ। ਖਡੂਰ ਸਾਹਿਬ ਸਿਟੀ ਦੀ ਜਿਹੜੀ ਸਥਾਪਨਾ ਕੀਤੀ ਸੀ ਉਹ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ, ਤਾਂ ਕਰਕੇ ਜਿਹੜਾ ਮੱਲ ਅਖਾੜਾ ਸੀ ਉਹ ਵੀ ਇਹਨਾਂ ਨੇ ਖਡੂਰ ਸਾਹਿਬ ਵਿਖੇ ਹੀ ਬਣਵਾਇਆ ਸੀ। ਇਹ ਤੁਸੀਂ ਯਾਦ ਰੱਖਣਾ, ਆਨਸਰ ਨੰਬਰ 2 ਆਊਗਾ, ਠੀਕ ਹੈ। ਕਈ ਆਪਣੇ ਕੁਐਸਚਨ ਆ ਜਿਹੜੇ ਉਹ ਕਾਮਨ ਸੈਂਸ 'ਤੇ ਬੇਸਡ ਵੀ ਆ ਜਾਂਦੇ ਨੇ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਠੀਕ ਹੈ। ਤਾਂ ਇਹਦਾ ਆਨਸਰ ਨੰਬਰ 2 ਆਊਗਾ। ਤਾਂ ਜਿਹੜਾ ਖਡੂਰ ਸਾਹਿਬ ਹੈ ਇਹ ਕਿੱਥੇ ਪੈਂਦਾ? ਡਿਸਟ੍ਰਿਕਟ ਤਰਨ ਤਾਰਨ ਦੇ ਵਿੱਚ ਪੈਂਦਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਸੰਗਠਨਕਰਤਾ ਕੌਣ ਸਨ? ਹੂ ਵਾਜ਼ ਦੀ ਕੰਪਾਈਲਰ ਆਫ ਭਾਈ ਬਾਲੇ ਵਾਲੀ ਜਨਮ ਸਾਖੀ? ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਗਿਆ, ਕਿਉਂਕਿ ਭਾਈ ਬਾਲਾ ਅਤੇ ਭਾਈ ਮਰਦਾਨਾ ਉਹਨਾਂ ਦੇ ਸਾਥੀ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ। ਤਾਂ ਇਹਨਾਂ ਨੇ ਉਹ ਸਾਰੇ ਫੈਕਟ ਇਕੱਠੇ ਕਰਕੇ ਇੱਕ ਜਨਮ ਸਾਖੀ ਬਣਾਈ ਗੁਰੂ ਅੰਗਦ ਦੇਵ ਜੀ ਦਾ ਆਨਸਰ ਆਊਗਾ, ਠੀਕ ਹੈ। ਆਨਸਰ ਨੰਬਰ 2। ਤਾਂ ਕੰਪਾਈਲ ਕਰਕੇ ਸਾਰਾ ਡਾਟਾ ਇਹਨਾਂ ਨੇ ਤਾਂ ਇੱਕ ਜਨਮ ਸਾਖੀ ਤਿਆਰ ਕੀਤੀ, ਜਿੱਥੋਂ ਜਿਹੜੀ ਜਨਮ ਸਾਖੀ ਤੋਂ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗਦਾ, ਠੀਕ ਹੈ। ਤਾਂ ਇਹਦਾ ਆਨਸਰ ਨੰਬਰ 2 ਆਊਗਾ, ਗੁਰੂ ਅੰਗਦ ਦੇਵ ਜੀ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੁਰੂ ਨਾਨਕ ਦੇਵ ਜੀ ਤੋਂ ਅਗਲੇਰੇ ਗੁਰੂ ਕੌਣ ਸਨ? ਹੂ ਵਾਜ਼ ਦੀ ਸਕਸੈਸਰ ਆਫ ਗੁਰੂ ਨਾਨਕ ਦੇਵ ਜੀ? ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ ਗੁਰੂ ਆਏ ਉਹ ਕੌਣ ਸੀ? ਤਾਂ ਇਹਦਾ ਈਜ਼ੀਲੀ ਆਨਸਰ ਹੈ, ਤੁਸੀਂ ਦੱਸ ਦੋਗੇ, ਠੀਕ ਹੈ, ਗੁਰੂ ਅੰਗਦ ਦੇਵ ਜੀ, ਠੀਕ ਹੈ। ਤਾਂ 10 ਗੁਰੂ ਸਾਹਿਬਾਨ ਦੇ ਨਾਂ ਤੁਹਾਡੇ ਸੀਰੀਜ਼ ਵਾਈਜ਼ ਯਾਦ ਹੋਣੇ ਜ਼ਰੂਰੀ ਨੇ, ਠੀਕ ਹੈ। ਕਈ ਵਾਰੀ ਇਹ ਵੀ ਪੁੱਛ ਲਿਆ ਜਾਂਦਾ, ਠੀਕ ਹੈ, ਕਿਉਂਕਿ ਸੀਰੀਜ਼ ਪੁੱਛ ਸਕਦੇ ਨੇ ਤੁਹਾਨੂੰ। ਕਈ ਵਾਰੀ ਸੀਰੀਜ਼ ਦੇ ਵਿੱਚ ਲਗਾਉਣਾ ਵੀ ਉਹ ਦੇ ਦਿੰਦੇ ਨੇ ਕਿ ਇਹਨਾਂ ਨੂੰ ਸੀਰੀਜ਼ ਵਾਈਜ਼ ਲਗਾਓ, ਮਤਲਬ ਗੁਰੂ ਨੂੰ। ਤਾਂ ਤੁਹਾਡੇ 10 ਗੁਰੂ ਸਾਹਿਬਾਨ ਨੂੰ ਸੀਰੀਜ਼ ਵਾਈਜ਼ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਠੀਕ ਹੈ, ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਜਿਹੜੇ ਆਪਣੇ ਦੂਸਰੇ ਗੁਰੂ ਨੇ ਗੁਰੂ ਅੰਗਦ ਦੇਵ ਜੀ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2, ਬਹੁਤ ਇੰਪੋਰਟੈਂਟ ਹੈ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ, ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਕੌਣ ਸਨ? ਹੂ ਵਾਜ਼ ਦੀ ਡਾਟਰ ਆਫ ਗੁਰੂ ਅੰਗਦ ਦੇਵ ਜੀ? ਤੇ ਤਾਂ ਆਪਾਂ ਪੜ੍ਹੇ ਹੀ ਹੋਇਆ, ਆਨਸਰ ਨੰਬਰ 4 ਆਊਗਾ, ਠੀਕ ਹੈ। 2 ਅਤੇ 3, ਠੀਕ ਹੈ। ਜਦੋਂ ਇਹੋ ਜਿਹੇ ਕੁਐਸਚਨ ਆ ਜਾਂਦੇ ਨੇ ਤਾਂ ਆਪਾਂ ਇਹ ਤਾਂ ਕਨਫਿਊਜ਼ ਨਾ ਹੋਇਆ ਕਰੋ। ਜੇਕਰ ਤੁਸੀਂ ਇਹਦੇ ਬਾਰੇ ਪੜ੍ਹਿਆ ਤਾਂ ਜੇਕਰ ਤੁਸੀਂ ਸ਼ੋਰ ਹੋ ਤਾਂ ਪੂਰੇ ਕੌਨਫੀਡੈਂਸ ਨਾਲ ਆਨਸਰ ਲਾ ਕੇ ਆਇਆ ਕਰੋ, ਠੀਕ ਹੈ। ਤਾਂ ਇਹਦਾ ਆਨਸਰ ਨੰਬਰ 4 ਆਊਗਾ, ਬੀਬੀ ਅਮਰੋ ਅਤੇ ਬੀਬੀ ਅਨੋਖੀ। ਇਹ ਦੋਨੋਂ ਮਤਲਬ ਇਹਨਾਂ ਦੀਆਂ ਪੁੱਤਰੀਆਂ ਸੀ ਗੁਰੂ ਅੰਗਦ ਦੇਵ ਜੀ ਦੀਆਂ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ, ਬੀਬੀ ਅਮਰੋ ਅਤੇ ਅਨੋਖੀ, ਆਨਸਰ ਨੰਬਰ 4 ਆਊਗਾ, ਠੀਕ ਹੈ ਜੀ। ਤਾਂ ਇਹਦਾ ਆਨਸਰ ਨੰਬਰ 4। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ, ਠੀਕ ਹੈ ਜੀ। ਤਾਂ ਆਪਣੇ 10 ਕੁਐਸਚਨ ਪੂਰੇ ਹੋ ਗਏ। ਤਾਂ ਆਪਣੇ ਸੈਸ਼ਨ ਨੂੰ 2-3 ਵਾਰ ਦੇਖ ਲਿਓ, ਰਿਵਾਈਜ਼ ਕਰ ਲਿਓ, ਕਿਉਂਕਿ ਗੁਰੂ ਅੰਗਦ ਦੇਵ ਜੀ ਬਾਰੇ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਹਰ ਵਾਰ, ਠੀਕ ਹੈ ਜੀ। ਤਾਂ ਹਰ ਇੱਕ ਗੁਰੂ ਸਾਹਿਬਾਨ ਬਾਰੇ ਪੂਰੇ ਡਿਟੇਲ ਦੇ ਵਿੱਚ ਆਪਾਂ ਕਵਰ ਕਰਾਂਗੇ। ਤਾਂ ਸਾਰੀ ਵੀਡੀਓ ਨੂੰ ਇਹਨੂੰ 2-3 ਵਾਰੀ ਰਿਵਾਈਜ਼ ਕਰ ਲਿਓ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਸਕੇ, ਠੀਕ ਹੈ। ਨੋਟਸ ਆਪਣੇ ਖੁਦ ਬਣਾਓ। ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।